सत श्री अकाल दोस्तों, वैलकम टू डोर स्टैप एजुकेशन पॉइंट। उम्मीद करदा तुसी सब बहुत ही वधिया होने आ। अज दी क्लास विच रूरल एडमिनिस्ट्रेशन पेंडू प्रशासन नाम दे चैप्टर नूं डिस्कस करन जा रहे हैं। ये क्लास तुहाडे पीएस टैट सी टैट एग्जाम लई काफ़ी इंपॉर्टेंट हैगी आ। सो मेरे द्वारा कहियां गईयां सारियां गल्लां नूं तुसी बड़े ही ध्यान नाल सुनना अते समझना हैगा आ। पाठ नंबर 6वां हैगा आ NCERT की जिहड़ी किताब है पोलिटिकल साइंस, उस किताब विचों लिया गया लैसन एंड इस चैप्टर नूं आपां बहुत ही वधिया तरीके नाल पंजाबी विच समझण दी कोशिश करांगे। सो वीडियो की शुरुआत करन तो पहलां चैनल नूं सबसक्राइब जरूर कर लिओ एंड इस तरह दीयां वीडियोस प्राप्त करते रहण लई बैल आइकन भी प्रेस कर लिओ। सो जदों भी मैं वीडियो अपलोड करूँगा तुहानूं नोटिफिकेशन नाल दी नाल आ जाया करेगा, क्योंकि कई बार स्टूडेंट्स नूं नोटिफिकेशन भी नहीं आउंदा जदों भी आपां वीडियो अपलोड करते हैं एंड जिहड़ा उन्हां लई इंपॉर्टेंट कॉन्टेंट हैगा आ वो मिस हो जाता। सो अपने चैप्टर का की नाम है रूरल एडमिनिस्ट्रेशन पेंडू प्रशासन। इस विच आपां समझांगे कि जिहड़ा पेंडू प्रशासन हैगा आ पिंड दे विच लॉ एंड ऑर्डर प्रशासन द्वारा किवें मैनेज कीता जांदा, जिवें पटवारियां दे काम ने, जमीनां तो संबंधित मामले ने किस तरह सॉल्व कीते जांदे ने एंड आपां 2-3 कहानियां दे थ्रू भी समझांगे कि पिंड दे विच प्रशासन किवें चलाया जांदा। सो सब तो पहली गल इन्हां ने कही हुई है कि अपने भारत विच लगभग 6 ਲੱਖ ਤੋਂ ਵੱਧ ਜਿਹੜੇ ਪਿੰਡ ਹੈਗੇ ਆ ਉਹ ਤੁਹਾਨੂੰ ਵੇਖਣ ਨੂੰ ਮਿਲਦੇ ਆ। ਤੇ ਇੱਥੇ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ, ਸਰਕਾਰਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਕਿ ਸਾਰੇ ਲੋਕਾਂ ਨੂੰ ਪ੍ਰੋਪਰ ਪਾਣੀ ਦੀ ਜਿਹੜੀ ਫੈਸਿਲਿਟੀਜ਼ ਹੈਗੀਆਂ ਆ ਇਹਨਾਂ ਪਿੰਡਾਂ ਦੇ ਵਿੱਚ ਜਾਂ ਫਿਰ ਪੂਰੇ ਭਾਰਤ ਵਿੱਚ ਲੋਕਾਂ ਨੂੰ ਮਿਲਣ। ਜਿਹੜੀ ਬਿਜਲੀ ਹੈਗੀ ਆ ਸਾਰੇ ਲੋਕਾਂ ਕੋਲ ਬਿਜਲੀ ਵੀ ਪਹੁੰਚੇ। ਸੜਕਾਂ ਦੀਆਂ ਜਿਹੜੀਆਂ ਮੁਰੰਮਤ ਹੈਗੀ ਆ ਜਾਂ ਫਿਰ ਸੜਕਾਂ ਬਣਾਉਣ ਦਾ ਕੰਮ ਵੀ ਸਰਕਾਰ ਦੁਆਰਾ ਕੀਤਾ ਜਾਂਦਾ ਐਂਡ ਜ਼ਮੀਨੀ ਰਿਕਾਰਡ ਜਿਹੜਾ ਹੈਗਾ ਆ ਇਹ ਵੀ ਸਰਕਾਰ ਦੁਆਰਾ ਹੀ ਮੈਨੇਜ ਕੀਤਾ ਜਾਂਦਾ। ਐਂਡ ਤੁਸੀਂ ਸੋਚੋ ਕਿ ਕਿੰਨੇ ਸਾਰੇ ਜਿਹੜੇ ਕੰਮ ਹੈਗੇ ਆ ਪਿੰਡਾਂ ਦੇ ਵਿੱਚ ਐਂਡ ਇੰਨੇ ਸਾਰੇ ਜ਼ਮੀਨੀ ਰਿਕਾਰਡ ਹੋਣ ਕਰਕੇ ਹੋ ਸਕਦਾ ਕਿ ਕਿਸੇ ਨਾ ਕਿਸੇ ਦੇ ਵਿੱਚ ਕਿਸੇ 2 ਲੋਕਾਂ ਦੇ ਵਿੱਚ 4 ਲੋਕਾਂ ਦੇ ਵਿੱਚ ਜ਼ਮੀਨਾਂ ਨੂੰ ਲੈ ਕੇ ਵਿਵਾਦ ਵੀ ਹੋ ਸਕਦਾ, ਝਗੜੇ ਵੀ ਹੋ ਸਕਦੇ ਆ। ਸੋ ਇਹਨਾਂ ਸਾਰੇ ਕੰਮਾਂ ਨੂੰ ਸੋਲਵ ਕਰਨ ਦਾ ਜਿਹੜਾ ਕੰਮ ਹੈਗਾ ਆ ਬੜਾ ਔਖਾ ਕੰਮ ਆਪਾਂ ਕਹਿ ਸਕਦੇ ਆ, ਕੰਪਲੀਕੇਟਡ ਜਿਹਾ ਕੰਮ ਹੈਗਾ ਆ। ਬਟ ਫਿਰ ਵੀ ਇਹ ਸਾਰੇ ਜਿਹੜੇ ਕੰਮ ਹੈਗੇ ਆ ਪੇਂਡੂ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਸੋਲਵ ਕੀਤੇ ਜਾਂਦੇ ਨੇ। ਐਂਡ ਪੇਂਡੂ ਪ੍ਰਸ਼ਾਸਨਿਕ ਅਧਿਕਾਰੀ ਕੌਣ ਹੋ ਸਕਦੇ ਆ, ਜਿਵੇਂ ਪੁਲਿਸ ਪ੍ਰਸ਼ਾਸਨ ਹੋ ਗਿਆ, ਪਟਵਾਰੀ ਹੋ ਗਿਆ, ਤਹਿਸੀਲਦਾਰ ਹੋ ਗਿਆ। ਸੋ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਇਹਨਾਂ ਮਾਮਲਿਆਂ ਨੂੰ, ਇਹਨਾਂ ਮਸਲਿਆਂ ਦਾ ਹੱਲ ਜਿਹੜਾ ਹੈਗਾ ਆ ਉਹ ਕੱਢਦੇ ਹੈਗੇ ਆ। ਚਲੋ ਆਪਾਂ ਇੱਕ ਸਟੋਰੀ ਦੇ ਥਰੂ ਵੀ ਸਮਝ ਲੈਂਦੇ ਆ। ਮੋਹਨ ਨਾਮ ਦਾ ਇੱਕ ਜਿਹੜਾ ਕਿਸਾਨ ਹੈਗਾ ਆ ਉਹ ਤੁਹਾਨੂੰ ਵੇਖਣ ਨੂੰ ਮਿਲਦਾ। ਇਹਦੇ ਕੋਲ ਛੋਟੀ ਜਿਹੀ ਜ਼ਮੀਨ ਹੈਗੀ ਆ ਐਂਡ ਇਹ ਖੇਤੀ ਕਰਨ ਦਾ ਜਿਹੜਾ ਕੰਮ ਹੈਗਾ ਆ ਇਹਦੇ ਦੁਆਰਾ ਕੀਤਾ ਜਾਂਦਾ। ਮੋਹਨ ਨਾਮ ਦਾ ਇੱਕ ਕਿਸਾਨ ਹੈਗਾ ਆ ਜਿਹੜਾ ਖੇਤੀ ਕਰਦਾ ਆ ਆਪਦੇ ਖੇਤ ਦੇ ਵਿੱਚ। ਮੋਹਨ ਦੇ ਖੇਤ ਦੇ ਸਾਹਮਣੇ ਹੀ ਰਘੂ ਨਾਮ ਦਾ ਵਿਅਕਤੀ ਹੈਗਾ ਆ, ਇਹ ਵੀ ਸਮਝ ਲਓ ਇੱਕ ਕਿਸਾਨ ਹੈ। ਇਹਦੀ ਜ਼ਮੀਨ ਵੀ ਹੈਗੀ ਆ ਮੋਹਨ ਨਾਮ ਦੇ ਵਿਅਕਤੀ ਦੇ ਖੇਤ ਸਾਹਮਣੇ। ਸੋ ਇਹ ਦੋਨੋਂ ਹੀ ਕਹਿ ਲਓ ਖੇਤੀ ਕਰਦੇ ਨੇ। ਬਟ ਮੋਹਨ ਇੱਕ ਵਾਰ ਵੇਖਦਾ ਆ ਕਿ ਜਿਹੜਾ ਮੋਹਨ ਸਵੇਰੇ ਆ ਕੇ ਵੇਖਦਾ ਕਿ ਰਘੂ ਨਾਮ ਦਾ ਜਿਹੜਾ ਵਿਅਕਤੀ ਹੈ ਇਹ ਜਿਹੜਾ ਕੁਝ ਹਿੱਸਾ ਜਿਹੜਾ ਖੇਤ ਦਾ ਮੋਹਨ ਨਾਮ ਦੇ ਏਰੀਆ ਵਿੱਚ ਹੁੰਦਾ, ਮੋਹਨ ਨਾਮ ਦੇ ਵਿਅਕਤੀ ਦਾ ਜਿਹੜਾ ਕੁਝ ਹਿੱਸਾ ਜਾਂ ਫਿਰ ਕਹਿ ਸਕਦੇ ਆ ਜਿਹੜਾ ਬੰਨ ਹੁੰਦਾ ਆ, ਬੰਨ ਨੂੰ ਕੁਝ ਫੁੱਟ ਪਿੱਛੇ ਕਰ ਦਿੰਦਾ ਆ। ਬੰਨ ਤਾਂ ਤੁਹਾਨੂੰ ਪਤਾ ਹੀ ਆ ਨਾ ਕਿ ਬੰਨ ਬਣਾਇਆ ਜਾਂਦਾ ਜਿਹਦੇ ਕਰਕੇ ਜਿਹੜਾ ਪਾਣੀ ਹੈਗਾ ਆ ਖੇਤਾਂ ਦਾ ਇੱਕ ਦੂਜੇ ਦੇ ਖੇਤ ਵਿੱਚ ਨਾ ਜਾਵੇ, ਜਾਂ ਫਿਰ ਆਪਾਂ ਪਾਣੀ ਨੂੰ ਰੋਕਣ ਲਈ ਆਪਾਂ ਜਿਹੜਾ ਬਣਾ ਦਿੰਦੇ ਆ ਐਂਡ ਆਪਾਂ ਉਹਦੇ ਨਾਲ ਇਹ ਵੀ ਵਿਖਾਉਂਦੇ ਆ ਕਿ ਆਪਣਾ ਏਰੀਆ ਕਿਹੜਾ। ਸੋ ਜਿਹੜਾ ਰਘੂ ਨਾਮ ਦਾ ਵਿਅਕਤੀ ਹੈਗਾ ਕਹਿ ਸਕਦੇ ਆ ਕਿ ਡਿਸਓਨੈਸਟ ਪਰਸਨ ਹੈਗਾ ਆ, ਬੇਈਮਾਨ ਵਿਅਕਤੀ ਆ। ਇਹ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਤੇ ਇਹਨੂੰ ਕੌਣ ਵੇਖ ਲੈਂਦਾ? ਜਿਹੜਾ ਰਘੂ ਇਹ ਕੰਮ ਕਰ ਰਿਹਾ ਹੁੰਦਾ ਬੰਨ ਨੂੰ ਕੁਝ ਫੁੱਟ ਪਿੱਛੇ ਜਦੋਂ ਕਰ ਦਿੰਦਾ ਆ, ਆਪਣੇ ਖੇਤ ਦਾ ਆਕਾਰ ਵਧਾਉਣ ਦੀ ਕੋਸ਼ਿਸ਼ ਕਰਦਾ। ਇਹ ਕਾਮਯਾਬ ਵੀ ਹੋ ਜਾਂਦਾ ਵੈਸੇ ਆਪਣੇ ਕੰਮ ਵਿੱਚ। ਬਟ ਜਿਹੜਾ ਮੋਹਨ ਹੈਗਾ ਆ ਇਹਨੂੰ ਵੇਖ ਲੈਂਦਾ। ਮੋਹਨ ਨੇ ਜਦੋਂ ਰਘੂ ਨੂੰ ਵੇਖ ਲਿਆ ਤਾਂ ਮੋਹਨ ਨੂੰ ਬੜਾ ਗੁੱਸਾ ਆਇਆ। ਬਟ ਰਘੂ ਨਾਮ ਦਾ ਜਿਹੜਾ ਵਿਅਕਤੀ ਹੈ ਇਹ ਬੜਾ ਹੀ ਪਾਵਰਫੁਲ ਵਿਅਕਤੀ ਆ। ਇਹਦੇ ਕੋਲ ਬਹੁਤ ਸਾਰੇ ਖੇਤ ਹੈਗੇ ਆ ਜਿਨ੍ਹਾਂ ਦਾ ਇਹ ਮਾਲਕ ਹੈਗਾ ਆ। ਇਹਦਾ ਜਿਹੜਾ ਚਾਚਾ ਹੈ ਇਹ ਵੀ ਪਿੰਡ ਦਾ ਸਰਪੰਚ ਹੈ। ਤੇ ਮੋਹਨ ਫਿਰ ਵੀ ਹਿੰਮਤ ਕਰਕੇ ਕੀ ਕਰਦਾ ਆ, ਰਘੂ ਘਰ ਜਾਂਦਾ। ਰਘੂ ਘਰ ਜਾਣ ਤੋਂ ਬਾਅਦ ਇੱਥੇ ਬਹੁਤ ਜ਼ਿਆਦਾ ਬਹਿਸ ਹੁੰਦੀ ਹੈ ਕਿ ਤੂੰ ਇਸ ਤਰ੍ਹਾਂ ਕਿਉਂ ਕੀਤਾ। ਰਘੂ ਕਹਿੰਦਾ ਕਿ ਮੈਂ ਕੁਝ ਵੀ ਨਹੀਂ ਕੀਤਾ ਐਂਡ ਇੱਥੇ ਰਘੂ ਆਪਦੇ ਬੰਦਿਆਂ ਨੂੰ ਬੁਲਾ ਕੇ ਮੋਹਨ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦਾ ਆ। ਮੋਹਨ ਨੂੰ ਬਹੁਤ ਜ਼ਿਆਦਾ ਕੁੱਟਣ ਤੋਂ ਬਾਅਦ ਇਹਦੇ ਸਿਰ ਤੇ ਵੀ ਸੱਟ ਲੱਗ ਜਾਂਦੀ ਆ, ਇਹਦੇ ਹੱਥ ਤੇ ਵੀ ਸੱਟ ਲੱਗ ਜਾਂਦੀ ਆ। ਬਹੁਤ ਬੁਰੇ ਤਰੀਕੇ ਨਾਲ ਕਹਿ ਲਓ ਇੰਜਰਡ ਹੋ ਜਾਂਦਾ। ਕੌਣ? ਮੋਹਨ। ਫਿਰ ਮੋਹਨ ਦੇ ਜਿਹੜੇ ਦੋਸਤ ਹੁੰਦੇ ਆ ਉਹਨੂੰ ਸਲਾਹ ਦਿੰਦੇ ਆ ਕਿਉਂ ਨਾ ਆਪਾਂ ਸਥਾਨਕ ਪੁਲਿਸ ਸਟੇਸ਼ਨ ਚੱਲਦੇ ਆ ਜਿੱਥੇ ਆਪਾਂ ਰਿਪੋਰਟ ਦਰਜ ਕਰਾ ਦਾਂਗੇ। ਸੋ ਕਹਿੰਦੇ ਕਿ ਚਲੋ ਠੀਕ ਹੈ। ਸੋ ਮੋਹਨ ਕੁਝ ਗੁਆਂਢੀਆਂ ਨਾਲ ਥਾਣੇ ਜਾਵੇਗਾ
ਤੇ ਜਿਨ੍ਹਾਂ ਨੇ ਮਤਲਬ ਘਟਨਾ ਜਿਹੜੀ ਵੇਖੀ ਸੀਗੀ ਮੋਹਨ ਦੇ ਨਾਲ ਜਦੋਂ ਕੁੱਟਮਾਰ ਕੀਤੀ ਗਈ ਉਦੋਂ ਜਿਹੜੇ ਗੁਆਂਢੀਆਂ ਨੇ ਵੇਖਿਆ ਸੀਗਾ ਉਹਨਾਂ ਦੇ ਨਾਲ ਜਾਵੇਗਾ ਇਹ ਪੁਲਿਸ ਸਟੇਸ਼ਨ। ਐਂਡ ਹਰ ਥਾਣੇ ਦਾ ਇੱਕ ਇਲਾਕਾ ਹੁੰਦਾ ਆ ਆਪਣਾ, ਮਤਲਬ ਜਿਹੜੀ ਵੀ ਕਾਰਵਾਈ ਕਰਨੀ ਹੁੰਦੀ ਆ ਜਾਂ ਫਿਰ ਕੋਈ ਵਾਰਦਾਤ ਹੋ ਗਈ ਉਸ ਫਲਾਣੇ ਇਲਾਕੇ ਵਿੱਚ ਉਹ ਸਾਰਾ ਕੰਮ ਕਿਹਨੇ ਵੇਖਣਾ ਹੁੰਦਾ ਆ, ਉਸ ਥਾਣੇ ਨੇ ਵੇਖਣਾ ਹੁੰਦਾ। ਐਂਡ ਉਸ ਥਾਣੇ ਵਿੱਚ ਤੁਸੀਂ ਕਿਸ ਤਰ੍ਹਾਂ ਦੀਆਂ ਰਿਪੋਰਟਾਂ ਦਰਜ ਕਰਵਾ ਸਕਦੇ ਹੋ? ਮੰਨ ਲਓ ਤੁਹਾਡੇ ਕਿਸੇ ਨੇ ਮਾਰਤਾ ਜਿਹਦੇ ਨਾਲ ਤੁਹਾਡੇ ਸੱਟ ਲੱਗ ਗਈ, ਕੋਈ ਲੜਾਈ ਹੋ ਗਈ, ਕੋਈ ਚੋਰੀ ਹੋ ਗਈ, ਕੋਈ ਦੁਰਘਟਨਾ ਹੋ ਸਕਦੀ ਹੈ। ਇਹਨਾਂ ਕੇਸਾਂ ਦੀ ਜਿਹੜੀ ਜਾਣਕਾਰੀ ਹੈਗੀ ਆ ਤੁਸੀਂ ਆਪਦੇ ਨੇੜੇ ਵਾਲੇ ਥਾਣੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦੀ ਰਿਪੋਰਟ ਕਰ ਸਕਦੇ ਹੋ। ਸਟੇਸ਼ਨ ਦੀ ਜਿਹੜੀ ਪੁਲਿਸ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ? ਸਟੇਸ਼ਨ ਦੀ ਜਿਹੜੀ ਪੁਲਿਸ ਦੀ ਜ਼ਿੰਮੇਵਾਰੀ ਹੁੰਦੀ ਹੈ ਆਪਣੇ ਖੇਤਰ ਅੰਦਰ ਕੇਸਾਂ ਦੀ ਜਾਂਚ ਪੜਤਾਲ ਅਤੇ ਕਾਰਵਾਈ ਕਰਨੀ। ਸੋ ਧਿਆਨ ਨਾਲ ਸੁਣ ਲਿਓ, ਆਪਣੇ ਜਿਹੜਾ ਖੇਤਰ ਹੈਗਾ ਆ ਉਹਦੇ ਅੰਦਰ ਕੋਈ ਵੀ ਕੇਸ ਹੋ ਰਿਹਾ ਜਾਂ ਫਿਰ ਕੋਈ ਵੀ ਕਹਿ ਸਕਦੇ ਆ ਕਿ ਚੋਰੀ ਹੋ ਗਈ, ਦੁਰਘਟਨਾ ਹੋ ਗਈ, ਲੜਾਈ ਹੋ ਗਈ, ਕਿਸੇ ਦੇ ਸੱਟ ਵੱਜ ਗਈ, ਇਹਨਾਂ ਸਾਰੀਆਂ ਕੇਸਾਂ ਦੀ ਜਿਹੜੀ ਜਾਂਚ ਪੜਤਾਲ ਅਤੇ ਕਾਰਵਾਈ ਕਰਨ ਦਾ ਕੰਮ ਹੈਗਾ ਆ ਉਹ ਸਟੇਸ਼ਨ ਦੀ ਪੁਲਿਸ ਜ਼ਿੰਮੇਵਾਰ ਹੋਊਗੀ ਜਿਹੜੀ ਕਿਸੇ ਸਪੈਸੀਫਿਕ ਏਰੀਆ ਵਿੱਚ ਸਿਚੁਏਟਡ ਹੈਗੀ ਆ। ਜਦੋਂ ਮੋਹਨ ਨਾਮ ਦਾ ਜਿਹੜਾ ਵਿਅਕਤੀ ਹੈ, ਮੋਹਨ ਜਿਹੜਾ ਖੇਤੀ ਕਰਨ ਵਾਲਾ ਮਜ਼ਦੂਰ ਹੈਗਾ ਆ, ਥਾਣੇ ਪਹੁੰਚਿਆ ਤੇ ਉਹਨੇ SHO ਨੂੰ ਸਾਰੀ ਗੱਲ ਦੱਸੀ। SHO ਕੌਣ ਹੁੰਦਾ? ਸਟੇਸ਼ਨ ਹਾਊਸ ਅਫਸਰ। ਸਟੇਸ਼ਨ ਹਾਊਸ ਅਫਸਰ ਆਪਾਂ ਕਹਿ ਦਿੰਦੇ ਆ ਕਿ ਜਦੋਂ ਸਟੇਸ਼ਨ ਹਾਊਸ ਅਫਸਰ ਨੂੰ ਮੋਹਨ ਨੇ ਸਾਰੀ ਗੱਲ ਦੱਸਤੀ ਤੇ SHO ਨੇ ਬੜੀ ਬੇਰਹਿਮੀ ਨਾਲ, ਬੁਰੇ ਤਰੀਕੇ ਨਾਲ ਉਹਦੇ ਨਾਲ ਗੱਲ ਕੀਤੀ, ਬਦਤਮੀਜ਼ੀ ਨਾਲ ਕਹਿ ਸਕਦੇ ਆ। ਅੱਜ ਕੱਲ੍ਹ ਵੀ ਇਸ ਤਰ੍ਹਾਂ ਹੀ ਹੁੰਦਾ ਆ, ਜਿਹੜੇ ਵੀ ਪੁਲਿਸ ਪ੍ਰਸ਼ਾਸਨ ਦੇ ਵਿੱਚ, ਸਾਰੇ ਤਾਂ ਮੈਂ ਨਹੀਂ ਕਹੂੰਗਾ ਬਟ ਕੁਝ ਲੋਕ ਇਹੋ ਜਿਹੇ ਜ਼ਰੂਰ ਹੁੰਦੇ ਨੇ ਜਿਹੜੇ ਕਿ ਆਮ ਲੋਕਾਂ ਨਾਲ ਚੰਗੇ ਤਰੀਕੇ ਨਾਲ ਗੱਲ ਨਹੀਂ ਕਰਦੇ। ਐਂਡ ਇਹ ਵੇਖੋ, ਇਹ ਸਰਕਾਰੀ ਕਿਤਾਬ ਤੋਂ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸ ਰਿਹਾ ਐਂਡ ਤੁਸੀਂ ਆਪ ਸੋਚੋ, ਸਰਕਾਰੀ ਕਿਤਾਬ ਨੂੰ ਵੀ ਅਪਰੂਵਲ ਦਿੱਤਾ ਗਿਆ ਕਿ ਇਹ ਸਾਰੀਆਂ ਗੱਲਾਂ ਸੱਚੀਆਂ ਇਸ ਤਰ੍ਹਾਂ ਹੀ ਹੁੰਦੀਆਂ ਨੇ, ਫਿਰ ਹੀ ਉਹਨਾਂ ਨੇ ਅਪਰੂਵਲ ਦਿੱਤਾ ਆ ਇਹਨਾਂ ਸਾਰੀਆਂ ਗੱਲਾਂ ਨੂੰ ਲਿਖਣ ਦੇ ਲਈ। ਸੋ SHO ਨੇ ਬੜੀ ਬੇਰਹਿਮੀ ਨਾਲ ਗੱਲ ਕੀਤੀ, ਕਹਿੰਦਾ ਵੀ ਮਾਮੂਲੀ ਸ਼ਿਕਾਇਤਾਂ ਲਿਖ ਕੇ ਕਹਿੰਦਾ ਮੈਂ ਆਪਣਾ ਸਮਾਂ ਨਹੀਂ ਬਰਬਾਦ ਕਰਨਾ, ਕਹਿੰਦਾ ਵੀ ਇਹ ਕੋਈ ਗੱਲ ਹੈਗੀ ਆ ਕਿ ਤੁਹਾਡੇ ਕੁੱਟ ਪੈ ਗਈ ਤੇ ਫਿਰ ਮੈਂ ਕੀ ਕਰਾਂ ਵੀ ਮੈਂ ਨਹੀਂ ਤੁਹਾਡੀ FIR ਲਿਖਣੀ, ਜਿਹੜੀ ਵੀ ਤੁਸੀਂ ਰਿਪੋਰਟ ਲਿਖਾਉਣੀ ਆ ਮੈਂ ਤਾਂ ਨਹੀਂ ਲਿਖਦਾ, ਮੈਂ ਸਮਾਂ ਬਰਬਾਦ ਕਰਨ ਦੀ ਖੇਚਲ ਨਹੀਂ ਕਰ ਸਕਦਾ ਇਸ ਕੰਮ ਦੇ ਵਿੱਚ। ਸੋ ਮੋਹਨ ਨੇ ਫਿਰ ਕੀ ਕੀਤਾ? ਮੋਹਨ ਨੇ ਰਿਕੁਐਸਟ ਕੀਤੀ ਕਿ ਜੀ ਲਿਖ ਦਿਓ, ਮੈਨੂੰ ਬਹੁਤ ਉਹਨਾਂ ਨੇ ਕੁੱਟਿਆ। ਫਿਰ ਮੋਹਨ ਨੇ ਆਪਣੇ ਗੁਆਂਢੀਆਂ ਨੂੰ ਵੀ ਬੁਲਾ ਲਿਆ, ਦਫ਼ਤਰ ਬੁਲਾਇਆ ਜਿਹੜਾ ਪੁਲਿਸ ਸਟੇਸ਼ਨ ਸੀ ਐਂਡ ਉੱਥੇ ਉਹਨਾਂ ਨੇ ਜ਼ੋਰਦਾਰ ਦਲੀਲ ਦਿੱਤੀ ਜਿਹੜੇ ਗੁਆਂਢੀ ਸੀਗੇ ਕਿ ਜੇਕਰ ਅਸੀਂ ਨਾ ਆਉਂਦੇ ਤੇ ਸ਼ਾਇਦ ਮੋਹਨ ਮਰ ਵੀ ਜਾਂਦਾ, ਇਹਨੂੰ ਬਹੁਤ ਕੁੱਟਿਆ ਗਿਆ, ਸਾਡੇ ਸਾਹਮਣੇ ਕੁੱਟਿਆ ਗਿਆ, ਇਹ ਤਾਂ ਅਸੀਂ ਇਹਨੂੰ ਆ ਕੇ ਬਚਾ ਲਿਆ, ਅਦਰਵਾਈਜ਼ ਇਹਨੇ ਬਚਣਾ ਵੀ ਨਹੀਂ ਸੀ। ਸੋ ਇੰਨਾ ਜ਼ਿਆਦਾ ਜ਼ੋਰ ਦੇਣ ਤੋਂ ਬਾਅਦ ਅਫਸਰ ਕਹਿੰਦਾ ਚਲੋ ਠੀਕ ਹੈ, ਅਫਸਰ ਮੰਨ ਗਿਆ, ਕਹਿੰਦਾ ਠੀਕ ਹੈ ਮੈਂ ਤੁਹਾਡੀ ਰਿਪੋਰਟ ਦਰਜ ਕਰੂੰਗਾ ਐਂਡ ਘਟਨਾ ਦੀ ਜਾਂਚ ਲਈ ਅਗਲੇ ਦਿਨ ਇੱਕ ਕਾਂਸਟੇਬਲ ਵੀ ਭੇਜੂੰਗਾ। ਕਹਿੰਦੇ ਠੀਕ ਹੈ ਜੀ। ਮੋਹਨ ਅਤੇ ਰਘੂ ਦੀ ਜਿਹੜੀ ਲੜਾਈ ਸੀਗੀ ਉਹ ਕਿਉਂ ਸੀਗੀ? ਉਹ ਜ਼ਮੀਨ ਦੀ ਸੀਮਾ ਨੂੰ ਲੈ ਕੇ ਹੈਗੀ ਸੀ। ਜ਼ਮੀਨ ਵੇਖੋ, ਕੁਝ ਹਿੱਸਾ ਹੋ ਸਕਦਾ ਕਿ ਮੋਹਨ ਦਾ ਜਿਹੜਾ ਵੱਧ ਹੈਗਾ ਆ ਉਹ ਲੈ ਲਿਆ ਗਿਆ ਹੋਵੇ ਰਘੂ ਦੁਆਰਾ, ਬਟ ਇਹ ਜਿਹੜਾ ਸਾਰਾ ਮਸਲਾ ਸੀ ਕਿ ਇਸ ਨੂੰ ਪਿਆਰ ਨਾਲ ਸ਼ਾਂਤੀ ਪੂਰਨ ਤਰੀਕੇ ਨਾਲ ਸੋਲਵ ਕੀਤਾ ਜਾ ਸਕਦਾ ਸੀ। ਇਸ ਮਸਲੇ ਨੂੰ ਬਿਲਕੁਲ ਕੀਤਾ ਜਾ ਸਕਦਾ ਸੀਗਾ। ਸੋ ਗੱਲ ਇਹ ਆਉਂਦੀ ਹੈ ਕਿ ਇਹ ਜਿਹੜੇ ਸਾਰੇ ਮਸਲੇ ਨੇ ਇਹ ਸੋਲਵ ਕੌਣ ਕਰੂਗਾ ਪ੍ਰੋਪਰ ਵੇ ਨਾਲ, ਸ਼ਾਂਤੀ ਪੂਰਨ ਤਰੀਕੇ ਨਾਲ, ਕਿਹਦੇ ਦੁਆਰਾ ਇਹ ਸਾਰੇ ਮਸਲੇ ਸੋਲਵ ਕੀਤੇ ਜਾ ਸਕਦੇ ਆ? ਆਪਾਂ ਕਹਿ ਸਕਦੇ ਹਾਂ ਪਟਵਾਰੀ ਦੀ ਮਦਦ ਨਾਲ ਆਪਾਂ ਇਹਨਾਂ ਸਾਰੇ ਮਸਲਿਆਂ ਨੂੰ ਸੋਲਵ ਕਰ ਸਕਦੇ ਹਾਂ। ਕਿਉਂਕਿ ਇੱਥੇ ਰਘੂ ਅਤੇ ਮੋਹਨ ਦੀ ਜਿਹੜੀ ਲੜਾਈ ਹੋਈ, ਰਘੂ ਕਹਿੰਦਾ ਕਿ ਨਹੀਂ ਮੈਂ ਤੇਰੀ ਜ਼ਮੀਨ ਉੱਤੇ ਕਬਜ਼ਾ ਨਹੀਂ ਕੀਤਾ, ਮੈਂ ਤਾਂ ਕੋਈ ਵੀ 1 ਫੁੱਟ ਵੀ ਨਹੀਂ ਵਧਾਇਆ, ਮਤਲਬ ਤੂੰ ਝੂਠ ਬੋਲ ਰਿਹਾ। ਬਟ ਮੋਹਨ ਨੇ ਉਹਨੂੰ ਖੁਦ ਆਪਦੀ ਅੱਖੀਂ ਵੀ ਵੇਖਿਆ ਸੀਗਾ ਕਿ ਜਿਹੜਾ ਰਘੂ ਹੈਗਾ ਆ ਉਹ ਕੀ ਕਰ ਰਿਹਾ। ਸੋ ਇੱਥੇ ਜ਼ਮੀਨ ਦੀ ਜਿਹੜੀ ਮਿਣਤੀ ਅਤੇ ਜ਼ਮੀਨ ਦੇ ਰਿਕਾਰਡ ਰੱਖਣ ਦਾ ਕੰਮ ਕਿਹਦੇ ਦੁਆਰਾ ਕੀਤਾ ਜਾਂਦਾ? ਉਹ ਕੀਤਾ ਜਾਂਦਾ ਹੈ ਪਟਵਾਰੀ ਦੁਆਰਾ। ਪਟਵਾਰੀ ਦੁਆਰਾ ਜ਼ਮੀਨਾਂ ਦਾ ਜਿਹੜਾ ਰਿਕਾਰਡ ਹੈਗਾ ਆ, ਇੱਕ ਨਕਸ਼ਾ ਵੀ ਹੁੰਦਾ ਉਹਨਾਂ ਕੋਲ ਐਂਡ ਉਸ ਨਕਸ਼ੇ ਦੀ ਮਦਦ ਨਾਲ ਇਹ ਪਤਾ ਲਗਾਇਆ ਜਾ ਸਕਦਾ ਕਿ ਕਿੰਨੀ ਜ਼ਮੀਨ ਕਿਸ ਪਰਸਨ ਦੀ ਹੈਗੀ ਆ। ਸੋ ਜਦੋਂ ਆਪਾਂ ਗੱਲ ਕਰਦੇ ਹਾਂ ਪਟਵਾਰੀ ਦੀ, ਸੋ ਇਹ ਸਾਰਾ ਮਸਲਾ ਬੜੇ ਹੀ ਪਿਆਰ ਨਾਲ ਵਿਦਆਊਟ ਐਨੀ ਲੜਾਈ ਸੋਲਵ ਕੀਤਾ ਜਾ ਸਕਦਾ ਸੀਗਾ। ਸੋ ਪਟਵਾਰੀ ਦੇ ਵੱਖਰੇ ਵੱਖਰੇ ਰਾਜਾਂ ਵਿੱਚ ਵੱਖਰੇ ਵੱਖਰੇ ਨਾਮ ਨਾਲ ਜਾਣੇ ਜਾਂਦੇ ਆ। ਜਿਵੇਂ ਕੁਝ ਥਾਵਾਂ ਤੇ ਪਟਵਾਰੀ ਨੂੰ ਲੇਖਪਾਲ ਕਹਿ ਦਿੰਦੇ ਆ, ਕਾਨੂੰਗੋ ਵੀ ਕਹਿ ਦਿੰਦੇ ਆ ਐਂਡ ਗ੍ਰਾਮ ਅਧਿਕਾਰੀ, ਕਹਿ ਸਕਦੇ ਆ ਵਿਲੇਜ ਆਫਿਸਰ ਵੀ ਆਪਾਂ ਕਹਿ ਦਿੰਦੇ ਆ ਕਿ ਇਹਨੂੰ ਪਟਵਾਰੀ ਨੂੰ। ਧਿਆਨ ਨਾਲ ਸੁਣ ਲਿਓ, ਕਈ ਵਾਰ ਇੱਥੋਂ ਵੀ ਕੁਐਸਚਨ ਬਣ ਜਾਂਦਾ ਕਿ ਪਟਵਾਰੀ ਨੂੰ ਵੱਖਰੇ ਵੱਖਰੇ ਨਾਵਾਂ ਨਾਲ ਜਾਣਿਆ ਜਾਂਦਾ। ਉਹ ਹੈਗਾ ਜੀ ਲੇਖਪਾਲ, ਕਾਨੂੰਗੋ, ਗ੍ਰਾਮ ਅਧਿਕਾਰੀ। ਪਟਵਾਰੀ ਜਿਹੜੇ ਹੁੰਦੇ ਨੇ, ਪਟਵਾਰੀ ਦਾ ਕੀ ਕੰਮ ਹੁੰਦਾ ਆ? ਖੇਤੀਬਾੜੀ ਦੇ ਖੇਤਾਂ ਨੂੰ ਮਾਪਣ
ਦਾ ਜਿਹੜਾ ਕੰਮ ਹੈਗਾ ਆ ਉਹ ਕੀਤਾ ਜਾਂਦਾ। ਐਂਡ ਇਹਦੇ ਕੁਝ ਤਰੀਕੇ ਵੀ ਹੁੰਦੇ ਹੈਗੇ ਆ, ਜਿਹੜੇ ਖੇਤੀਬਾੜੀ ਦੇ ਖੇਤ ਹੋਣਗੇ ਉਹਨੂੰ ਮਾਪਣ ਦੇ ਕੁਝ ਤਰੀਕੇ ਹੋ ਸਕਦੇ ਆ ਨਾ। ਸੋ ਲੰਬੀ ਚੇਨ ਦੀ ਵਰਤੋਂ ਕੀਤੀ ਜਾ ਸਕਦੀ ਹੈ, ਇਹ ਵੀ ਇੱਕ ਤਰੀਕਾ ਹੈਗਾ ਆ ਜ਼ਮੀਨ ਮਾਪਣ ਦਾ। ਐਂਡ ਇੱਥੇ ਫਿਰ ਦੁਬਾਰਾ ਗੱਲ ਦੱਸੀ ਹੋਈ ਹੈ ਕਿ ਪਟਵਾਰੀ ਨੇ ਮੋਹਨ ਅਤੇ ਰਘੂ ਦੀ ਜ਼ਮੀਨ ਦੀ ਤੁਲਨਾ ਨਕਸ਼ੇ ਤੇ ਦਿੱਤੇ ਮਾਪਾਂ ਨਾਲ ਕੀਤੀ ਹੋਵੇਗੀ। ਪਟਵਾਰੀ ਨੇ ਤਾਂ ਮਤਲਬ ਪਹਿਲਾਂ ਦੇ ਟਾਈਮ ਦੀ ਮੈਂ ਗੱਲ ਕਰ ਰਿਹਾ ਕਿ ਪਹਿਲਾਂ ਤੋਂ ਹੀ ਪਟਵਾਰੀ ਕੋਲ ਦਾ ਰਿਕਾਰਡ ਹੋਊਗਾ ਨਾ ਕਿ ਪਟਵਾਰੀ ਨੇ ਮੋਹਨ ਅਤੇ ਰਘੂ ਦੀ ਜ਼ਮੀਨ ਦੀ ਤੁਲਨਾ ਕੀਤੀ ਹੋਊਗੀ, ਫਿਰ ਉੱਥੇ ਉਹ ਜ਼ਰੂਰ ਦੱਸ ਸਕਦਾ ਪਟਵਾਰੀ ਕਿ ਕਿਸ ਪਰਸਨ ਨੇ ਜਿਹੜੀ ਜ਼ਮੀਨ ਹੈਗੀ ਆ ਐਕਸਟਰਾ ਲਈ ਆ ਜਾਂ ਫਿਰ ਕੌਣ ਪਰਸਨ ਝੂਠ ਬੋਲ ਰਿਹਾ। ਸੋ ਜੇਕਰ ਕਿਸੇ ਨੇ ਕਹਿ ਲਓ ਕਿ ਉਹਦਾ ਜਿਹੜਾ ਰਿਕਾਰਡ ਹੈਗਾ ਆ ਮੈਚ ਨਹੀਂ ਹੋ ਰਿਹਾ, ਮਤਲਬ ਕਿਸੇ ਨਾ ਕਿਸੇ ਪਰਸਨ ਨੇ ਜਿਹੜੀ ਛੇੜਖਾਨੀ ਕੀਤੀ ਆ ਜਾਂ ਫਿਰ ਖੇਤਾਂ ਦੀ ਜਿਹੜੀ ਸੀਮਾ ਹੈਗੀ ਆ ਉਹ ਬਦਲੀ ਹੈਗੀ ਆ। ਸੋ ਇਸ ਤੋਂ ਬਾਅਦ ਆਪਾਂ ਪਟਵਾਰੀ ਦੇ ਮੇਨ ਕੰਮ ਦੀ ਗੱਲ ਕਰਦੇ ਹਾਂ ਕਿ ਪਟਵਾਰੀ ਦੁਆਰਾ ਹੋਰ ਕਿਹੜੇ-ਕਿਹੜੇ ਕੰਮ ਕੀਤੇ ਜਾਂਦੇ ਆ। ਸੋ ਆਰਗੇਨਾਈਜ਼ਿੰਗ ਕਲੈਕਸ਼ਨ ਆਫ ਲੈਂਡ ਰੈਵਨਿਊ, ਕਿ ਜਿਹੜਾ ਲੈਂਡ ਰੈਵਨਿਊ ਕਲੈਕਟ ਕੀਤਾ ਜਾਣਾ ਆ, ਜਿਹੜਾ ਵੀ ਕਹਿ ਲਓ ਕਿ ਉਸ ਜ਼ਮੀਨ ਦੇ ਵਿੱਚੋਂ ਜਿਹੜਾ ਰੈਵਨਿਊ ਜਿਹੜੇ ਪੈਸੇ ਇਕੱਠੇ ਕੀਤੇ ਜਾਣਗੇ, ਇਹ ਸਾਰਾ ਜਿਹੜਾ ਕੰਮ ਹੈਗਾ ਆ ਕਿਹਦੇ ਦੁਆਰਾ ਕੀਤਾ ਜਾਂਦਾ? ਪਟਵਾਰੀ ਦੁਆਰਾ ਕਹਿ ਸਕਦੇ ਆ। ਇਕੱਠਾ ਤਾਂ ਨਹੀਂ ਕੀਤਾ ਜਾਂਦਾ ਬਟ ਇਹਨਾਂ ਦੁਆਰਾ ਦੱਸਿਆ ਜਾਂਦਾ ਆਰਗੇਨਾਈਜ਼ ਕੀਤਾ ਜਾਂਦਾ ਕਲੈਕਸ਼ਨ ਆਫ ਲੈਂਡ ਰੈਵਨਿਊ। ਐਂਡ ਪਟਵਾਰੀ ਦਾ ਇੱਕ ਹੋਰ ਕੰਮ ਹੁੰਦਾ ਉਗਾਈਆਂ ਜਾਣ ਵਾਲੀਆਂ ਫਸਲਾਂ ਦੀ ਜਾਣਕਾਰੀ, ਇਹ ਸਰਕਾਰ ਨੂੰ ਦੇਣੀਆਂ ਹੁੰਦੀਆਂ। ਆਰਗੇਨਾਈਜ਼ਿੰਗ ਕਲੈਕਸ਼ਨ ਆਫ ਲੈਂਡ ਰੈਵਨਿਊ, ਤੇ ਜਿਹੜੀਆਂ ਫਸਲਾਂ ਉੱਥੇ ਉਗਾਈਆਂ ਜਾ ਰਹੀਆਂ ਨੇ ਇਹ ਸਾਰੀ ਜਾਣਕਾਰੀ ਸਰਕਾਰ ਨੂੰ ਦੇਣੀ ਹੁੰਦੀ ਆ। ਕਿਹਨੇ? ਪਟਵਾਰੀ ਨੇ। ਇਸ ਤੋਂ ਇਲਾਵਾ ਹੋਰ ਵੀ ਕੁਝ ਕੰਮ ਕਰਨੇ ਹੁੰਦੇ ਆ। ਪਟਵਾਰੀ ਨੂੰ ਜਿਹੜੇ ਰਿਕਾਰਡ ਹੁੰਦੇ ਆ ਅਪ ਟੂ ਡੇਟ ਰੱਖਣੇ ਪੈਂਦੇ ਆ। ਸੋ ਮੰਨ ਲਓ ਕਿ ਕਿਸੇ ਪਰਸਨ ਨੇ, ਕਿਸੇ ਕਿਸਾਨ ਨੇ ਕੀ ਕਰ ਰਿਹਾ, ਕਿਸੇ ਕਿਸਾਨ ਨੇ ਪਹਿਲਾਂ ਕੋਈ ਫਸਲ ਲਗਾਈ ਸੀਗੀ ਐਂਡ ਉਸ ਤੋਂ ਬਾਅਦ ਉਹਨੇ ਉਸ ਫਸਲ ਨੂੰ ਬਦਲ ਦਿੱਤਾ, ਜਾਂ ਫਿਰ ਮੰਨ ਲਓ ਕੋਈ ਹੋਰ ਫਸਲ ਗਰੋ ਕਰ ਰਿਹਾ, ਜਾਂ ਫਿਰ ਕਿਸੇ ਕਿਸਾਨ ਨੇ ਖੂਹ ਪੱਟ ਦਿੱਤਾ ਆਪਦੇ ਖੇਤ ਵਿੱਚ। ਸੋ ਇਹ ਜਿਹੜੀ ਸਾਰੀ ਜਾਣਕਾਰੀ ਹੈਗੀ ਆ ਇਹ ਵੀ ਪਟਵਾਰੀ ਦੁਆਰਾ ਆਪਣੇ ਰਿਕਾਰਡ ਵਿੱਚ ਰੱਖੀ ਜਾਂਦੀ ਆ। ਐਂਡ ਅਪ ਟੂ ਡੇਟ ਰੱਖਣਾ, ਸਹੀ ਰਿਕਾਰਡ ਰੱਖਣਾ, ਇਹ ਵੀ ਪਟਵਾਰੀ ਦੀ ਜ਼ਿੰਮੇਵਾਰੀ ਹੁੰਦੀ ਹੈ। ਐਂਡ ਇਹਨਾਂ ਸਾਰੇ ਕੰਮਾਂ ਤੇ ਨਜ਼ਰ ਰੱਖਣ ਦਾ ਕੰਮ ਕਿਹਦੇ ਦੁਆਰਾ ਕੀਤਾ ਜਾਂਦਾ? ਇਹ ਸਰਕਾਰ ਦੇ ਰੈਵਨਿਊ ਡਿਪਾਰਟਮੈਂਟ ਦਾ ਕੰਮ ਹੁੰਦਾ ਆ। ਇਹ ਜਿਹੜੇ ਸਾਰੇ ਕੰਮ ਹੈਗੇ ਆ, ਜਿਵੇਂ ਕਿ ਕਿਹੜੀ ਫਸਲ ਬੀਜੀ ਗਈ, ਕਿਤੇ ਖੂਹ ਪੱਟਿਆ ਹੋਇਆ, ਜਾਂ ਫਿਰ ਕੋਈ ਵੀ ਜਿਹੜੀ ਜਾਣਕਾਰੀ ਹੈਗੀ ਆ, ਇਹ ਸਾਰੀ ਜਿਹੜੀ ਜਾਣਕਾਰੀ ਹੈਗੀ ਆ ਰੈਵਨਿਊ ਡਿਪਾਰਟਮੈਂਟ ਦੁਆਰਾ ਕੀਤਾ ਜਾਂਦਾ। ਐਂਡ ਪਟਵਾਰੀ ਦੇ ਕੰਮ ਦੀ ਨਿਗਰਾਨੀ ਕੌਣ ਕਰੂਗਾ? ਫਿਰ ਪਟਵਾਰੀ ਦੇ ਕੰਮ ਦੀ ਜਿਹੜੀ ਨਿਗਰਾਨੀ ਹੈਗੀ ਆ ਉਹ ਸੀਨੀਅਰ ਲੋਕ ਕਰਦੇ ਆ। ਜਿਵੇਂ ਇਹਦੇ ਵਿੱਚ ਆਪਾਂ ਤਹਿਸੀਲਦਾਰ ਨੂੰ ਵੀ ਗਿਣ ਸਕਦੇ ਹਾਂ, ਕੁਝ ਹੋਰ ਸੀਨੀਅਰ ਆਫੀਸ਼ੀਅਲ ਹੋ ਸਕਦੇ ਆ ਜਿਨ੍ਹਾਂ ਦੁਆਰਾ ਇਹ ਕੰਮ ਕੀਤਾ ਜਾਂਦਾ। ਕਿਹੜਾ ਕੰਮ ਕੀਤਾ ਜਾਂਦਾ? ਵਿਭਾਗ ਦੇ ਜਿਹੜੇ ਸੀਨੀਅਰ ਲੋਕ ਹੁੰਦੇ ਨੇ, ਕਿਹੜੇ ਵਿਭਾਗ ਦੇ? ਰੈਵਨਿਊ ਡਿਪਾਰਟਮੈਂਟ ਦੇ ਜਿਹੜੇ ਸੀਨੀਅਰ ਲੋਕ ਹੋਣਗੇ ਉਹ ਪਟਵਾਰੀ ਦੇ ਕੰਮ ਦੀ ਨਿਗਰਾਨੀ ਕਰਨਗੇ। ਪਟਵਾਰੀ ਦੇ ਕੰਮ ਦੀ ਨਿਗਰਾਨੀ ਕੀ ਕਰ ਸਕਦੇ ਆ ਕਿ ਜਿਹੜਾ ਪਟਵਾਰੀ ਹੈਗਾ ਆ ਇਹਨੇ ਜਿਹੜਾ ਫਲਾਨਾ ਰਿਕਾਰਡ ਹੈ ਅਪ ਟੂ ਡੇਟ ਰੱਖਿਆ ਹੋਇਆ ਕਿ ਨਹੀਂ ਰੱਖਿਆ ਹੋਇਆ। ਐਂਡ ਭਾਰਤ ਦੀ ਆਪਾਂ ਗੱਲ ਕਰਦੇ ਹਾਂ ਕਿ ਇੱਥੇ ਪ੍ਰਸ਼ਾਸਨ ਨੂੰ ਚਲਾਉਣ ਦੇ ਲਈ, ਜਾਂ ਫਿਰ ਕਹਿ ਸਕਦੇ ਹਾਂ ਦੇਸ਼ ਨੂੰ ਚਲਾਉਣ ਦੇ ਲਈ ਪ੍ਰਸ਼ਾਸਨ ਨੂੰ ਜਿਹੜੀ ਚੀਜ਼ ਦੀ ਲੋੜ ਪੈਂਦੀ ਹੈ ਕਿ ਆਪਾਂ ਆਪਣੇ ਭਾਰਤ ਨੂੰ ਕੁਝ ਰਾਜਾਂ ਵਿੱਚ ਵੰਡਿਆ ਹੋਇਆ ਐਂਡ ਉਹਨਾਂ ਰਾਜਾਂ ਨੂੰ ਆਪਾਂ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ। ਐਂਡ ਜ਼ਮੀਨ ਨਾਲ ਸੰਬੰਧਿਤ ਮਾਮਲਿਆਂ ਦੇ ਪ੍ਰਬੰਧਨ ਲਈ ਆਪਾਂ ਇਹਨਾਂ ਜ਼ਿਲ੍ਹਿਆਂ ਨੂੰ ਵੀ ਸਬ ਡਿਵੀਜ਼ਨਾਂ ਵਿੱਚ ਵੰਡਿਆ ਹੋਇਆ। ਧਿਆਨ ਨਾਲ ਸੁਣੋ, ਭਾਰਤ ਨੂੰ ਕੁਝ ਰਾਜਾਂ ਵਿੱਚ ਵੰਡਿਆ ਹੋਇਆ, ਰਾਜਾਂ ਨੂੰ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ। ਐਂਡ ਇਹਨਾਂ ਜ਼ਮੀਨ ਤੋਂ ਸੰਬੰਧਿਤ ਮਾਮਲਿਆਂ ਦੇ ਪ੍ਰਬੰਧਨ ਲਈ ਆਪਾਂ ਇਹਨਾਂ ਜ਼ਿਲ੍ਹਿਆਂ ਨੂੰ ਸਬ ਡਿਵੀਜ਼ਨਾਂ ਵਿੱਚ ਵੰਡਿਆ ਹੋਇਆ। ਸਬ ਡਿਵੀਜ਼ਨਾਂ ਦੇ ਵੱਖਰੇ ਵੱਖਰੇ ਨਾਮ ਹੋ ਸਕਦੇ ਆ, ਜਿਵੇਂ ਤਹਿਸੀਲ ਕਹਿ ਦਿੰਦੇ ਆ, ਤਾਲੁਕਾ ਕਹਿ ਦਿੰਦੇ ਆ। ਤੇ ਹੈੱਡ ਜਿਹੜਾ ਕਲੈਕਟਰ ਹੁੰਦਾ ਆ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਜਾਣਕਾਰੀ ਹੈਗੀ ਆ ਉਹ ਇਹਨਾਂ ਰੈਵਨਿਊ ਅਫਸਰ ਕੋਲ ਹੁੰਦੀ ਹੈ। ਤੇ ਸਭ ਤੋਂ ਉੱਤੇ ਜੇ ਆਪਾਂ ਗੱਲ ਕਰੀਏ ਕਿ ਹੈੱਡ ਜਿਹੜਾ ਕਲੈਕਟਰ ਹੁੰਦਾ ਆ ਇਹਦੇ ਅਧੀਨ ਹੀ ਆਉਂਦੇ ਆ ਸਾਰੇ, ਜਿਵੇਂ ਰੈਵਨਿਊ ਆਫਿਸਰ, ਤਹਿਸੀਲਦਾਰ, ਪਟਵਾਰੀ, ਇਹ ਹੈੱਡ ਕਲੈਕਟਰ ਦੇ ਅੰਡਰ ਆਉਂਦੇ ਆ। ਜੇ ਕੋਈ ਡਿਸਪਿਊਟ ਹੋ ਰਿਹਾ ਤਾਂ ਇਹਨਾਂ ਨੇ ਹੀ, ਤਹਿਸੀਲਦਾਰ, ਹੈੱਡ ਕਲੈਕਟਰ ਨੇ ਹੀ ਲੋਕਾਂ ਦੇ ਜਿਹੜੇ ਡਿਸਪਿਊਟ ਹੈਗੇ ਆ, ਵਿਵਾਦ ਹੈਗੇ ਆ, ਉਹ ਸੁਣਨ ਦਾ ਕੰਮ ਇਹਨਾਂ ਦੁਆਰਾ ਕੀਤਾ ਜਾਂਦਾ। ਐਂਡ ਸਭ ਤੋਂ ਉੱਤੇ ਕੌਣ ਹੁੰਦਾ? ਹੈੱਡ ਕਲੈਕਟਰ ਸਾਰਿਆਂ ਤੋਂ ਉੱਤੇ ਹੁੰਦਾ ਆ। ਐਂਡ ਇਹਨਾਂ ਦਾ ਹੀ ਕੰਮ ਹੁੰਦਾ ਆ ਕਿਹਦੇ ਕੰਮ ਦੀ ਨਿਗਰਾਨੀ ਕਰਨਾ? ਸੀਨੀਅਰ ਆਫੀਸ਼ੀਅਲ ਦੀ ਮੈਂ ਗੱਲ ਕੀਤੀ ਸੀ ਨਾ, ਇਹ ਕੰਮ ਵੇਖਦੇ ਨੇ ਕਿ ਪਟਵਾਰੀਆਂ ਨੇ ਆਪਦਾ ਕੰਮ ਸਹੀ ਤਰੀਕੇ ਨਾਲ ਕੀਤਾ ਜਾਂ ਨਹੀਂ ਕੀਤਾ। ਸਪੈਸ਼ਲੀ ਆਪਾਂ ਤਹਿਸੀਲਦਾਰ ਦੀ ਹੀ ਗੱਲ ਕਰ ਦਿੰਦੇ ਹਾਂ, ਇਹਨਾਂ ਦਾ ਕੰਮ ਹੁੰਦਾ ਪਟਵਾਰੀਆਂ ਦੇ ਕੰਮ ਨੂੰ ਵੇਖਣਾ। ਤੇ ਇਹ ਇਸ ਗੱਲ ਨੂੰ ਵੀ ਇਨਸ਼ੋਰ ਕਰਦੇ ਆ ਕਿ ਪ੍ਰੋਪਰ ਜਿਹੜਾ ਰਿਕਾਰਡ ਹੈਗਾ ਆ ਲੈਂਡ ਦਾ ਤੇ ਲੈਂਡ ਰੈਵਨਿਊ ਕਲੈਕਟਡ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ, ਇਹ ਕੰਮ ਵੀ ਇਹਨਾਂ ਦੁਆਰਾ ਵੇਖਿਆ ਜਾਂਦਾ, ਕਹਿ ਸਕਦੇ ਆ ਤਹਿਸੀਲਦਾਰ ਦੁਆਰਾ। ਤੇ ਫਾਰਮਰ ਜਿਹੜੇ ਹੈਗੇ ਨੇ ਇਹ ਵੀ ਇਨਸ਼ੋਰ ਕਰਦੇ ਹੈਗੇ ਆ ਕਿ ਜਿਹੜੇ ਕਿਸਾਨ ਹੈਗੇ ਆ ਇਹਨਾਂ ਨੂੰ ਈਜ਼ੀਲੀ ਕਹਿ ਸਕਦੇ ਹਾਂ ਕਿ ਇੱਕ ਕਾਪੀ ਜਿਹੜੀ ਹੁੰਦੀ ਹੈ ਇਹਨਾਂ ਦੇ ਰਿਕਾਰਡ ਦੀ ਉਹ ਮਿਲ ਜਾਵੇ। ਬਟ ਕੀ ਇਹ ਸੌਖਾ ਕੰਮ ਆ ਅੱਜ ਦੇ ਟਾਈਮ ਦੇ ਵਿੱਚ? ਜਵਾਬ ਹੈਗਾ ਬਿਲਕੁਲ ਨਹੀਂ। ਬਹੁਤ ਸਾਰੀਆਂ ਥਾਵਾਂ 'ਤੇ ਕਿਸਾਨਾਂ ਨੂੰ ਕਹਿ ਸਕਦੇ ਹਾਂ ਕਿ ਥੋੜ੍ਹੀ ਬਹੁਤ ਰਿਸ਼ਵਤ ਵੀ ਦੇਣੀ ਪੈ ਜਾਂਦੀ ਆ। ਸਾਰੀਆਂ ਥਾਵਾਂ 'ਤੇ ਤਾਂ ਨਹੀਂ, ਬਟ ਕਿਤੇ ਕਿਤੇ ਇਹ ਗੱਲ ਵੇਖਣ ਨੂੰ ਮਿਲਦੀ ਹੈ ਕਿ ਫਾਰਮਰ ਨੂੰ ਈਜ਼ੀਲੀ
ਉਹਨਾਂ ਦੇ ਰਿਕਾਰਡ ਦੀ ਕਾਪੀ ਨਹੀਂ ਮਿਲਦੀ। ਕਈ ਰਾਜਾਂ ਵਿੱਚ ਤਾਂ ਇਸ ਰਿਕਾਰਡ ਨੂੰ ਆਨਲਾਈਨ ਵੀ ਚਾੜਿਆ ਜਾ ਰਿਹਾ, ਸੋ ਲੋਕਾਂ ਨੂੰ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਬਟ ਇੱਥੇ ਕਈ ਵਾਰ ਕਿਸਾਨਾਂ ਨੂੰ ਆਪਦੇ ਰਿਕਾਰਡ ਲੈਣ ਦੇ ਵਿੱਚ ਵੀ ਸਮੱਸਿਆ ਆਉਂਦੀ ਹੈਗੀ ਆ। ਐਂਡ ਵਿਦਿਆਰਥੀ ਆਪਦੇ ਜਾਤੀ ਸਰਟੀਫਿਕੇਟ ਵੀ ਪ੍ਰਾਪਤ ਕਰ ਸਕਦੇ ਹੈਗੇ ਆ ਇਹ ਪਟਵਾਰੀ ਦੀ ਮਦਦ ਨਾਲ। ਸੋ ਇਹ ਜਿਹੜੇ ਸਾਰੇ ਕੰਮ ਹੈਗੇ ਆ ਇਹ ਕਿਹਦੇ ਕਹਿ ਸਕਦੇ ਆ ਕਿ ਪਟਵਾਰੀ ਦੀ ਮਦਦ ਨਾਲ ਹੀ ਇਹਨਾਂ ਸਾਰੇ ਕੰਮਾਂ ਨੂੰ ਕੀਤਾ ਜਾਂਦਾ। ਐਂਡ ਤਹਿਸੀਲਦਾਰ ਦੇ ਦਫ਼ਤਰ ਵਿੱਚ ਕੀ ਕੀਤਾ ਜਾਂਦਾ ਜੀ, ਉੱਥੇ ਜ਼ਮੀਨੀ ਵਿਵਾਦ ਵੀ ਸੁਣੇ ਜਾਂਦੇ ਆ, ਤਹਿਸੀਲਦਾਰ ਦਾ ਜਿਹੜਾ ਦਫ਼ਤਰ ਹੁੰਦਾ ਆ। ਐਂਡ ਇੱਕ ਆਪਾਂ ਲਾਸਟ ਜਿਹੜਾ ਟੌਪਿਕ ਰਹਿ ਗਿਆ ਇਹਨੂੰ ਵੀ ਆਪਾਂ ਡਿਸਕਸ ਕਰ ਲੈਂਦੇ ਆ, ਜਿਹਦਾ ਨਾਮ ਹੈਗਾ ਆ ਹਿੰਦੂ ਸਕਸੈਸ਼ਨ ਅਮੈਂਡਮੈਂਟ ਐਕਟ 2005। ਹਿੰਦੂ ਸਕਸੈਸ਼ਨ ਅਮੈਂਡਮੈਂਟ ਐਕਟ 2005। ਇੱਕ ਵਾਰ ਮੈਨੂੰ ਲੱਗਦਾ ਸੀਟੈਟ ਪਤਾ ਨਹੀਂ ਪੀਐਸਟੈਟ ਦੇ ਵਿੱਚ ਵੀ ਇਸ ਤੋਂ ਸੰਬੰਧਿਤ ਕੁਐਸਚਨ ਆਇਆ ਸੀਗਾ। ਐਂਡ ਜਦੋਂ ਵੀ ਆਪਾਂ ਕਿਸਾਨਾਂ ਨੂੰ ਵੇਖਦੇ ਹਾਂ, ਕਿਸਾਨਾਂ ਨੂੰ ਖੇਤਾਂ ਵਿੱਚ ਕੰਮ ਕਰਦੇ ਵੇਖਦੇ ਹਾਂ, ਤਾਂ ਜਦੋਂ ਆਪਾਂ ਉਹਦੇ ਮਾਲਕ ਬਾਰੇ ਸੋਚਦੇ ਹਾਂ ਤੇ ਮਾਲਕ ਬਾਰੇ ਆਪਾਂ ਸੋਚਦੇ ਹਾਂ ਕਿ ਕੋਈ ਪਰਸਨ ਹੋਊਗਾ, ਆਦਮੀ ਹੋ ਸਕਦਾ ਜਿਹਦੀ ਇਹ ਜ਼ਮੀਨ ਹੋਊਗੀ। ਆਪਾਂ ਇਹ ਨਹੀਂ ਸੋਚਦੇ ਕੋਈ ਔਰਤ ਵੀ ਇਸ ਜ਼ਮੀਨ ਦੀ ਮਾਲਕ ਹੋ ਸਕਦੀ ਹੈ। ਬਟ ਹਿੰਦੂ ਸਕਸੈਸ਼ਨ ਅਮੈਂਡਮੈਂਟ ਐਕਟ 2005 ਹੈਗਾ ਆ, ਇਸ ਅਕੋਰਡਿੰਗ ਨਵਾਂ ਜਿਹੜਾ ਕਾਨੂੰਨ, ਵੈਸੇ ਨਵਾਂ ਤਾਂ ਚਲੋ ਹੈ ਨਹੀਂਗਾ, ਬਟ ਜਿਹੜਾ ਵੀ ਇਹ ਕਾਨੂੰਨ ਹੈਗਾ ਆ ਇਸ ਅਕੋਰਡਿੰਗ ਪੁੱਤਰਾਂ ਨੂੰ, ਧੀਆਂ ਨੂੰ ਅਤੇ ਉਹਨਾਂ ਦੀਆਂ ਮਾਵਾਂ ਨੂੰ ਵੀ ਜ਼ਮੀਨ ਵਿੱਚ ਬਰਾਬਰ ਦਾ ਹਿੱਸਾ ਮਿਲ ਸਕਦਾ ਹੈ। ਐਂਡ ਪਹਿਲਾਂ ਇਸ ਤਰ੍ਹਾਂ ਨਹੀਂ ਹੁੰਦਾ ਸੀਗਾ। ਪਹਿਲਾਂ ਕਹਿੰਦੇ ਸੀਗੇ ਕਿ ਸਿਰਫ ਜਿਹੜੇ ਮੇਲ ਹੋਣਗੇ ਸਿਰਫ ਉਹਨਾਂ ਵਿੱਚ ਹੀ ਜ਼ਮੀਨਾਂ ਦੀ ਜਿਹੜੀ ਡਿਵੀਜ਼ਨ ਹੈਗੀ ਆ ਵੰਡੀ ਜਾਣੀ ਆ। ਬਟ ਹਿੰਦੂ ਸਕਸੈਸ਼ਨ ਅਮੈਂਡਮੈਂਟ ਐਕਟ 2005 ਦੇ ਅਕੋਰਡਿੰਗ ਇਹ ਜਿਹੜੀਆਂ ਜ਼ਮੀਨਾਂ ਹੁੰਦੀਆਂ ਨੇ, ਇਹਨਾਂ ਜ਼ਮੀਨਾਂ ਦੇ ਵਿੱਚ ਔਰਤਾਂ ਨੂੰ ਵੀ ਹਿੱਸਾ ਦੇਣਾ ਹੁੰਦਾ, ਪੁੱਤਰਾਂ ਨੂੰ, ਧੀਆਂ ਨੂੰ, ਮਤਲਬ ਉਹ ਵੀ ਹੱਕਦਾਰ ਹੁੰਦੀਆਂ ਨੇ ਜੇ ਆਪਾਂ ਲਾਅ ਦੇ ਅਕੋਰਡਿੰਗ ਵੇਖੀਏ। ਮੰਗਦੇ ਨਹੀਂ ਉਹ ਗੱਲ ਚਲੋ ਵੱਖਰੀ ਹੈਗੀ ਆ, ਕਿਉਂਕਿ ਰਿਲੇਸ਼ਨ ਟੁੱਟਣ ਦਾ ਡਰ ਹੁੰਦਾ ਆ। ਐਂਡ ਜਿਹਦੇ ਕਰਕੇ ਫੀਮੇਲਸ ਦੁਆਰਾ ਕਦੇ ਵੀ ਕਲੇਮ ਨਹੀਂ ਕੀਤਾ ਜਾਂਦਾ ਕਿ ਸਾਨੂੰ ਸਾਡੀ ਜ਼ਮੀਨ ਜਾਂ ਫਿਰ ਹਿੱਸਾ ਦਿੱਤਾ ਜਾਵੇ। ਬਟ ਲੀਗਲੀ ਜੇ ਵੇਖਿਆ ਜਾਵੇ ਤਾਂ ਜਿਹੜੀਆਂ ਵਿਮਨਸ ਹੁੰਦੀਆਂ ਨੇ, ਫੀਮੇਲਸ ਹੁੰਦੀਆਂ ਨੇ, ਡਾਟਰਸ ਹੁੰਦੀਆਂ ਨੇ, ਧੀਆਂ ਹੁੰਦੀਆਂ ਨੇ, ਸਾਰੀਆਂ ਹੱਕਦਾਰ ਹੁੰਦੀਆਂ ਨੇ ਆਪਦੇ ਫਾਦਰ ਸਾਹਿਬ ਦੀ ਜ਼ਮੀਨ ਦੇ ਵਿੱਚ। ਸੋ ਇਹ ਆਪਣਾ ਅੱਜ ਦਾ ਪਾਠ ਸੀਗਾ। ਉਮੀਦ ਮੈਂ ਇਹੀ ਕਰੂੰਗਾ ਕਿ ਤੁਹਾਨੂੰ ਇਹ ਪਾਠ ਵਧੀਆ ਤਰੀਕੇ ਨਾਲ ਸਮਝ ਲੱਗਿਆ ਹੋਣਾ। ਆਪਾਂ ਮੇਨਲੀ ਇਸ ਪਾਠ ਵਿੱਚ ਕੀ ਗੱਲ ਸਮਝੀ ਹੈ ਕਿ ਪੇਂਡੂ ਪ੍ਰਸ਼ਾਸਨ ਦੇ ਵਿੱਚ ਤੁਹਾਨੂੰ ਜਿਹੜੇ ਲੋਕ ਮਿਲਦੇ ਨੇ, ਅਧਿਕਾਰੀ ਮਿਲਦੇ ਨੇ, ਉਹ ਕਿਵੇਂ ਪ੍ਰਸ਼ਾਸਨ ਨੂੰ ਚਲਾਉਂਦੇ ਹੈਗੇ ਆ। ਜਿਵੇਂ ਆਪਾਂ ਮੇਨਲੀ ਪਟਵਾਰੀਆਂ ਦੀ ਗੱਲ ਕੀਤੀ, ਪੁਲਿਸ ਸਟੇਸ਼ਨ ਦੀ ਗੱਲ ਕੀਤੀ, ਐਂਡ ਇੱਕ ਐਕਟ ਦੀ ਗੱਲ ਕੀਤੀ, ਹਿੰਦੂ ਸਕਸੈਸ਼ਨ ਐਕਟ 2005, ਜਿਹਦੇ ਵਿੱਚ ਜਿਹੜੀ ਜ਼ਮੀਨ ਜਾਇਦਾਦ ਹੈਗੀ ਆ ਉਹ ਫੀਮੇਲਸ ਵਿੱਚ ਵੀ ਵੰਡੀ ਜਾਂਦੀ ਹੈ। ਸੋ ਹੋਪ ਕਰਦਾ ਤੁਹਾਨੂੰ ਸਾਰੀਆਂ ਗੱਲਾਂ ਮੇਰੇ ਦੁਆਰਾ ਜਿਹੜੀਆਂ ਵੀ ਸਮਝਾਈਆਂ ਮੈਂ ਬੜੀ ਵਧੀਆ ਤਰੀਕੇ ਨਾਲ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਕਿਤਾਬ ਨਾ ਪੜ੍ਹਨੀ ਪਵੇ। ਸਾਰੇ ਜਿਹੜੇ ਪੁਆਇੰਟਸ ਨੇ ਇੱਕੋ ਥਾਂ ਤੇ ਮੈਂ ਛੋਟੀ ਜਿਹੀ ਵੀਡੀਓ ਵਿੱਚ ਐਕਸਪਲੇਨ ਕਰ ਦੇਵਾਂ। ਵੀਡੀਓ ਪਸੰਦ ਆਈ ਹੈ ਤਾਂ ਇਸ ਨੂੰ ਆਪਦੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ। ਜਿਹੜੇ WhatsApp ਗਰੁੱਪਸ ਬਣੇ ਹੁੰਦੇ ਨੇ ਉਹਨਾਂ ਵਿੱਚ ਤੁਹਾਡੇ ਇੱਕ ਸ਼ੇਅਰ ਨਾਲ ਹੋ ਸਕਦਾ ਕੁਝ ਹੋਰ ਲੋਕ ਵੇਖਣ ਐਂਡ ਉਹ ਕਮੈਂਟ ਕਰਨ। ਸੋ ਮੇਰਾ ਜਿਹੜਾ ਮੋਟੀਵੇਸ਼ਨ ਲੈਵਲ ਹੁੰਦਾ ਉਹ ਬਣਿਆ ਰਹੂਗਾ। ਐਂਡ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ। ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬਲੈਸ ਯੂ ਆਲ।